ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਅਗਲੀ ਖਬਰ ਅਮਲੋਹ ਤੋਂ। ਅਮਲੋਹ ਦੇ ਵਿੱਚ ਵੱਡਾ ਹਾਦਸਾ ਵਾਪਰਿਆ। ਪਟਾਕਿਆਂ ਦੇ ਨਾਲ ਭਰੀ ਰੇਹੜੀ ਦੇ ਵਿੱਚ ਬਲਾਸਟ ਹੋਇਆ ਹੈ। ਜੀ ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਧਮਾਕੇ ਦੇ ਵਿੱਚ ਇੱਕ ਸ਼ਖਸ ਦੀ ਮੌਕੇ ਦੇ ਉੱਤੇ ਮੌਤ ਹੋ ਗਈ, ਜਦਕਿ ਗੰਭੀਰ ਜ਼ਖਮੀ ਹੈ, ਜਿਸ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ। ਫਤਿਹਗੜ੍ਹ ਸਾਹਿਬ ਦੇ ਇੱਕ ਛੋਟਾ ਜਿਹਾ ਕਸਬਾ ਹੈ ਅਮਲੋਹ, ਉੱਥੋਂ ਇਹ ਪੂਰੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ। ਸੀਸੀਟੀਵੀ ਨੇੜੇ ਲੱਗੀ ਹੋਈ ਸੀ, ਉੱਥੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤੇ ਇੱਕ ਪਟਾਕਿਆਂ ਦੀ ਫੈਕਟਰੀ, ਮਾਫੀ ਚਾਹੂੰਗਾ, ਰੇਹੜੀ ਸੀ ਜਿਸ ਦੇ ਉੱਤੇ ਪਟਾਕੇ ਰੱਖੇ ਹੋਏ ਸਨ, ਉਸ ਦੇ ਵਿੱਚ ਬਲਾਸਟ ਹੋਇਆ ਹੈ। ਤੇ ਕਿਵੇਂ ਜਿਹੜੇ ਅੱਗੇ ਦੋ ਲੋਕ ਸਵਾਰ ਸੀ ਉਸ ਰੇਹੜੀ ਦੇ ਕਿਸ ਤਰੀਕੇ ਨਾਲੋਂ ਦੂਰ ਜਾ ਕੇ ਡਿੱਗੇ ਨੇ, ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਨੇ। ਪਰ ਸਵਾਲ ਇਹ ਹੈ ਕਿ ਪਟਾਕਿਆਂ ਦੇ ਰੇਹੜੀ ਇਸ ਸਮੇਂ ਕਿੱਥੇ ਲੈ ਕੇ ਜਾਏ ਜਾ ਰਹੇ ਸੀ, ਕਿਉਂਕਿ ਆਮ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ ਕਿ ਦੀਵਾਲੀ ਦੁਸ਼ਹਿਰੇ ਦਾ ਦਿਨ ਹੋਣ ਜਾਂ ਫਿਰ ਗੁਰਪੁਰਬ ਦੇ ਦਿਨ ਹੋਣ ਤਾਂ ਉਸ ਸਮੇਂ ਪਟਾਕਿਆਂ ਦੀ ਖਰੀਦ ਫਰੋਖਤ ਵੱਡੇ ਪੱਧਰ ਦੇ ਉੱਤੇ ਹੁੰਦੀ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਇਸ ਮਹੀਨੇ ਦੇ ਆਖਿਰ ਦੇ ਵਿੱਚ ਵਿਆਹਾਂ ਦੇ ਸਾਹੇ ਬਹੁਤ ਨੇ, ਬਹੁਤ ਸਾਰੇ ਜਿਹੜੇ ਲੋਕਾਂ ਦੇ ਵੱਲੋਂ ਫੈਮਿਲੀ ਫੰਕਸ਼ਨਸ ਰੱਖੇ ਗਏ ਨੇ ਤੇ ਵਿਆਹਾਂ ਦੇ ਵਿੱਚ ਵੀ ਪਟਾਕਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਲੋਕ ਚਲਾਉਂਦੇ ਨੇ। ਤੇ ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ। ਇੱਕ ਸ਼ਖਸ ਦੀ ਮੌਕੇ ਤੇ ਹੀ ਮੌਤ ਹੋ ਗਈ, ਦੂਜਾ ਗੰਭੀਰ ਜ਼ਖਮੀ ਹੈ। ਗੁਰਦੀਪ ਸਿੰਘ ਸਾਡੇ ਨਾਲ, ਸਾਡੇ ਸਹਿਯੋਗੀ ਜੁੜ ਰਹੇ ਨੇ ਅਮਲੋਹ ਤੋਂ ਫੋਨ ਲਾਈਨ ਦੇ ਉੱਤੇ। ਗੁਰਦੀਪ, ਕੀ ਕੁਝ ਤੁਹਾਡੇ ਕੋਲ ਜਾਣਕਾਰੀ ਇਹ ਪਟਾਕਿਆਂ ਦੀ ਰੇਹੜੀ ਦੇ ਵਿੱਚ ਜਿਹੜਾ ਧਮਾਕਾ ਹੋਇਆ? ਜੀ ਗੌਰਵ, ਜਿਹੜਾ ਬਹੁਤ ਬੜਾ ਇਹ ਜਾਂਚ ਦਾ ਵਿਸ਼ਾ ਬਣ ਰਿਹਾ, ਕਿਉਂਕਿ ਇਹ ਜਿਹੜੀ ਰੇਹੜੀ ਦੀ ਪਟਾਕਿਆਂ ਦੀ ਫੈਕਟਰੀ ਜਿਹੜੀ ਹੈ ਅਮਲੋਹ ਤੋਂ ਇਹ ਪਟਾਕੇ ਲੈ ਕੇ ਜਾਏ ਜਾ ਰਹੇ ਸੀ, ਔਰ ਰੇਹੜੀ ਤੇ ਜਿਹੜਾ ਵਪਾਰੀ ਔਰ ਰੇਹੜੀ ਚਾਲਕ ਦੋਨੋਂ ਉਸ ਟਾਈਮ ਮੌਜੂਦ ਸੀ ਜਦੋਂ ਇਹ ਧਮਾਕਾ ਹੋਇਆ, ਔਰ ਮੌਕੇ ਤੇ ਵਪਾਰੀ ਦੀ ਮੌਤ ਹੋ ਚੁੱਕੀ ਹੈ ਤੇ ਜਿਹੜੇ ਰੇਹੜੀ ਚਾਲਕ ਹੈ ਉਹ ਫੱਟੜ ਦੱਸਿਆ ਜਾ ਰਿਹਾ ਤੇ ਫੱਟੜ ਦਾ ਉਸਦਾ ਇਲਾਜ ਵੀ ਚੱਲ ਰਿਹਾ। ਇਹ ਜਿਹੜਾ ਹਾਦਸਾ ਵਾਪਰਿਆ ਜਦੋਂ ਰਸਤੇ 'ਚ ਵੀ ਲਿਜਾਂਦੇ ਹੋਏ ਪਿੰਡ ਟਿੱਬੀ ਪਹੁੰਚੀ ਹੈ ਰੇਹੜੀ, ਤਾਂ ਉੱਥੇ ਹੀ ਇਹ ਬਲਾਸਟ ਹੋਇਆ। ਬਲਾਸਟ ਇੰਨਾ ਜ਼ਬਰਦਸਤ ਸੀ ਕਿ ਕਾਫੀ ਦੂਰ ਤੱਕ ਇਹਦੀਆਂ ਜਿਹੜਾ ਧਮਾਕਾ ਸੁਣਾਈ ਦਿੱਤਾ। ਤਾਂ ਨੇੜੇ ਤੇੜੇ ਜਿਹੜੇ ਘਰ ਸੀ ਉਹਨਾਂ ਦੇ ਦਰਵਾਜ਼ੇ ਖਿੜਕੀਆਂ ਵੀ ਕਾਫੀ ਨੁਕਸਾਨੇ ਗਏ ਨੇ ਤੇ ਇਹ ਹਜੇ ਤੱਕ ਜਾਂਚ ਚੱਲ ਰਹੀ ਹੈ ਵੀ ਕਾਰਨ ਕੀ ਰਿਹਾ ਪਟਾਕੇ ਦਾ। ਫੋਰੈਂਸਿਕ ਜਿਹੜੀ ਟੀਮ ਹੈ ਉਹ ਵੀ ਉੱਥੇ ਜਿਹੜੇ ਪਟਾਸ ਦੇ ਜਾਂ ਜਿਹੜੇ ਕਾਰਨ ਨੇ ਉਹਨਾਂ ਤੋਂ ਜਾਂਚ ਲਈ ਉਹਨੂੰ ਲੈ ਕੇ ਜਾ ਰਹੇ ਨੇ। ਤੇ ਫਿਰ ਬਹੁਤ ਬੜਾ ਪਟਾਕੇ ਦਾ ਜਿਹੜਾ ਬਲਾਸਟ ਹੋਇਆ, ਹਜੇ ਤੱਕ ਇਹ ਕਾਰਨ ਨਹੀਂ ਪਤਾ ਲੱਗ ਸਕਿਆ ਵੀ ਇਹਨੂੰ ਕਲੀਅਰ ਹੈ ਕਿ ਪਟਾਕੇ ਹੀ ਸੀ, ਕੁਝ ਹੋਰ ਤਾਂ ਨਹੀਂ? ਜੀ ਬਿਲਕੁਲ ਗੌਰਵ, ਇਹ ਸੀਗੇ ਪਟਾਕੇ, ਕਿਉਂਕਿ ਜਿਹੜਾ ਰੇਹੜੀ ਚਾਲਕ ਹੈ ਉਹ ਇੰਜਰਡ ਹੈ ਤੇ ਉਹਨੇ ਹੀ ਇਹ ਦੱਸਿਆ ਵੀ ਉਹ ਪਾਇਲ ਦਾ ਰਹਿਣ ਵਾਲਾ ਤੇ ਮਲੌਦ ਤੋਂ ਇਹ ਅਮਲੋਹ ਲੈ ਕੇ ਆਂਦੇ ਜਾ ਰਹੇ ਸੀ ਪਟਾਕੇ। ਪਰ ਵਜ੍ਹਾ ਕੀ ਸੀ ਉਹ ਰੇਹੜੀ ਚਾਲਕ ਨੂੰ ਨਹੀਂ ਪਤਾ। ਮਲੌਦ ਤੋਂ ਅਮਲੋਹ ਕਾਫੀ ਡਿਸਟੈਂਸ ਹੈ, ਰੇਹੜੀ ਦੇ ਉੱਤੇ ਨਹੀਂ ਦੂਰ ਤੋਂ ਪਟਾਕੇ। ਇਹੀ ਹਜੇ ਸਮਝ ਨਹੀਂ ਆਇਆ ਕਿ ਰੇਹੜੀ ਦੇ ਉੱਤੇ ਪਟਾਕੇ ਕਿਉਂ ਲੈ ਕੇ ਆਏ ਜਾ ਰਹੇ ਸੀ, ਜਾਂ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਸਵੇਰੇ ਦਾ ਟਾਈਮ ਹੁੰਦਾ ਤੇ ਉਸ ਟਾਈਮ ਜ਼ਿਆਦਾ ਟ੍ਰੈਫਿਕ ਨਹੀਂ ਹੁੰਦਾ, ਤਾਂ ਪਟਾਕੇ ਉੱਥੇ ਕਿਤੇ ਹੋਰ ਜਾਂ ਤਾਂ ਇਲੀਗਲ ਤਰੀਕੇ ਨਾਲ ਰੱਖੇ ਜਾ ਸਕਦੇ। ਪਰ ਹਜੇ ਤੱਕ ਇਹ ਸਾਹਮਣੇ ਨਹੀਂ ਆਇਆ। ਹੋਰ ਵੀ ਮੈਂ ਜ਼ਿਕਰ ਗੁਰਦੀਪ ਕੀਤਾ ਸੀ ਕਿ ਆਮ ਤੌਰ ਤੇ ਜਦੋਂ ਦੀਵਾਲੀ ਦੁਸ਼ਹਿਰੇ ਦੇ ਦਿਨ ਹੋਣ, ਗੁਰਪੁਰਬ ਦੇ ਦਿਨ ਹੋਣ ਤਾਂ ਉਸ ਸਮੇਂ ਪਟਾਕਿਆਂ ਦੀ ਖਰੀਦ ਫਰੋਖਤ ਹੁੰਦੀ ਹੈ ਤੇ ਲੋਕ ਜਾਂ ਵਪਾਰੀ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਂਦੇ ਨੇ। ਪਰ ਇਹ ਦਿਨਾਂ ਦੇ ਵਿੱਚ ਪਟਾਕਿਆਂ ਦੀ ਵਿਕਰੀ ਤਾਂ ਜ਼ਿਆਦਾ ਨਹੀਂ ਹੁੰਦੀ। ਜੀ ਬਿਲਕੁਲ ਗੌਰਵ, ਜਿਹੜਾ ਬਹੁਤ ਬੜਾ ਸਵਾਲ ਇਹ ਪੈਦਾ ਹੋ ਰਿਹਾ ਵੀ ਇਹਨਾਂ ਦਿਨਾਂ ਦੇ ਵਿੱਚ ਪਟਾਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣਾ ਕਿਉਂ ਲੈ ਕੇ ਜਾਇਆ ਜਾ ਰਿਹਾ ਸੀ। ਤੇ ਦੂਸਰੀ ਗੱਲ ਇਹ ਹੈ ਵੀ ਪਟਾਕੇ ਜਦੋਂ ਵੀ ਲੈ ਕੇ ਜਾਏ ਜਾਂਦੇ ਨੇ, ਇੰਨੀ ਮਾਤਰਾ ਦੇ ਵਿੱਚ ਜੇ ਪਟਾਕੇ ਲੈ ਕੇ ਜਾਂਦੇ ਤਾਂ ਉਹਨਾਂ ਨੂੰ ਲੈ ਕੇ ਜਾਣ ਦਾ ਇhtiyat ਹੁੰਦਾ ਹੈ। ਕਿਸੇ ਤਰੀਕੇ ਨਾਲ ਲੈ ਕੇ ਜਾਂਦੇ, ਕਿਸੇ ਟਰੱਕ 'ਚ ਲੈ ਕੇ ਜਾਂਦੇ ਕਿ ਤਾਂ ਕਿ ਖੁੱਲੇ ਰਹਿਣ, ਉਹ ਆਪਸ ਦੇ ਵਿੱਚ ਟਕਰਾ ਕੇ ਕੋਈ ਐਸੀ ਵੈਸੀ ਗੱਲ ਨਾ ਹੋ ਜੇ। ਪਰ ਇਹ ਹੁਣ ਦੇਖਣ ਵਾਲੀ ਗੱਲ ਹੈ ਵੀ ਜਾਂਚ ਦਾ ਵਿਸ਼ਾ ਵੀ ਕਿਉਂ ਇਹ ਬਲਾਸਟ ਹੋਇਆ ਤੇ ਕੀ ਕਾਰਨ ਸੀ। ਪਟਾਕੇ ਉੱਥੇ ਤੋਂ ਲੈ ਕੇ ਜਾਏ ਜਾ ਰਹੇ ਸੀ, ਅਮਲੋਹ ਲੈ ਕੇ ਆਏ ਜਾ ਰਹੇ ਸੀ। ਠੀਕ ਹੈ, ਮੈਂ ਇੱਕ ਆਖਰੀ ਵਾਰੀ ਦੁਬਾਰਾ ਇੱਕ ਚੀਜ਼ ਪੁੱਛ ਰਿਹਾ, ਕਿਉਂਕਿ ਮੈਂ ਪਹਿਲਾਂ ਵੀ ਤੁਹਾਨੂੰ ਪੁੱਛਿਆ ਸੀ ਕਿ ਸਿਰਫ ਪਟਾਕੇ ਹੀ ਸੀ, ਇਸੇ ਇਹ ਕਨਫਰਮ ਹੈ? ਪੁਲਿਸ ਕਿਸੇ ਹੋਰ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ? ਕਿਉਂਕਿ ਅਸੀਂ ਕਈ ਵਾਰ ਦੇਖਿਆ ਕਿ ਇਸ ਤਰੀਕੇ ਦੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਫਿਰ ਬਾਅਦ ਦੇ ਵਿੱਚ ਕੁਝ ਹੋਰ ਨਿਕਲਦਾ ਕਿ ਵਾਕਈ ਸਿਰਫ ਪਟਾਕੇ ਸੀ, ਜਿਵੇਂ ਅਸੀਂ ਆਮ ਤੌਰ ਤੇ ਦੀਵਾਲੀ ਨੂੰ ਪਟਾਕੇ ਚਲਾਉਂਦੇ ਹਾਂ ਉਹੀ ਪਟਾਕੇ ਸੀ, ਜਾਂ ਕਿਸੇ ਵੱਡੀ ਮਾਤਰਾ ਦੇ ਵਿੱਚ ਕੋਈ ਪਟਾਸ ਜਾਂ ਇਸ ਤਰੀਕੇ ਦਾ ਕੋਈ ਜਲਨਸ਼ੀਲ ਪਦਾਰਥ ਲੈ ਕੇ ਜਾਇਆ ਜਾ ਰਿਹਾ ਸੀ ਪਟਾਕਿਆਂ ਦੀ ਮੈਨੂਫੈਕਚਰਿੰਗ ਦੇ ਲਈ? ਜੀ ਰੇਹੜੀ ਚਾਲਕ ਦੇ ਮੁਤਾਬਕ ਤਾਂ ਇਸ ਦੇ ਵਿੱਚ ਇਕੱਲੇ ਪਟਾਕੇ ਹੀ ਮੌਜੂਦ ਸੀ, ਪਰ ਫਿਰ ਵੀ ਜਿਹੜੀ ਫੋਰੈਂਸਿਕ ਟੀਮ ਦੀ ਜਾਂਚ ਚੱਲ ਰਹੀ ਹੈ ਉਸ ਤੋਂ ਬਾਅਦ ਹੀ ਪਤਾ ਲੱਗ ਪਾਇਆ ਕੀ ਹੈ ਇਹ 'ਚ, ਕਿਉਂਕਿ ਜਿਹੜੇ ਸੈਂਪਲ ਆ ਉੱਥੋਂ ਪਟਾਸ ਦੇ ਜਾਂ ਜਿਹੜੇ ਕੰਨ ਨੇ ਜਿੱਥੇ ਇਹ ਬਲਾਸਟ ਹੋਇਆ ਉੱਥੋਂ ਫੋਰੈਂਸਿਕ ਟੀਮ ਨੇ ਲਿੱਤੇ ਨੇ। ਉਹਨਾਂ ਦੀ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਫ਼ ਹੋ ਪਾਏਗਾ ਵੀ ਇਹ ਪਟਾਕੇ ਸੀ ਜਾਂ ਇਹਦੇ ਵਿੱਚ ਕੋਈ ਹੋਰ ਵੀ ਜਲਨਸ਼ੀਲ ਪਦਾਰਥ ਮੌਜੂਦ ਸੀ। ਚਲੋ ਸ਼ੁਕਰੀਆ, ਧੰਨਵਾਦ। ਤੁਸੀਂ ਨਜ਼ਰ ਬਣਾਏ ਰੱਖੋ, ਵੱਡੀ ਖਬਰ ਲੱਗ ਰਹੀ ਹੈ ਇਹ ਤੇ ਇਸ ਦੇ ਵਿੱਚ ਕੀ ਕੁਝ ਪੁਲਿਸ ਦੇ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ ਜਾਂਚ ਦੇ ਵਿੱਚ, ਉਸ ਦੇ ਉੱਤੇ ਜ਼ਰੂਰ ਨਜ਼ਰ ਰਹੇਗੀ। ਪਰ ਇੱਕ ਸ਼ਖਸ ਦੀ ਮੌਤ ਹੋ ਗਈ ਹੈ, ਰੇਹੜੀ ਦੇ ਵਿੱਚ ਪਟਾਕੇ ਲੈ ਕੇ ਜਾ ਰਹੇ ਸੀ। ਬਹੁਤ ਸਾਰੇ ਕੁਐਸਚਨ ਨੇ ਜੋ ਹਰ ਕਿਸ ਦੇ ਜ਼ਿਹਨ ਦੇ ਵਿੱਚ ਉੱਠ ਰਹੇ ਹੋਣਗੇ ਕਿ ਅਪ੍ਰੈਲ ਦੇ ਮਹੀਨੇ ਦੇ ਵਿੱਚ ਪਟਾਕਿਆਂ ਦੀ ਕੀ ਜ਼ਰੂਰਤ, ਇੰਨੀ ਜ਼ਿਆਦਾ ਗਰਮੀ ਦੇ ਵਿੱਚ ਪਟਾਕਿਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣ ਦੀ ਕੀ ਜ਼ਰੂਰਤ। ਮਲੌਦ ਤੋਂ ਫਤਿਹਗੜ੍ਹ ਸਾਹਿਬ ਦਾ ਅਮਲੋਹ ਬਹੁਤ ਡਿਸਟੈਂਸ ਹੈ, 50-60 ਕਿਲੋਮੀਟਰ ਤੋਂ ਵੀ ਸ਼ਾਇਦ ਜ਼ਿਆਦਾ ਹੋਵੇ, ਕਿਉਂਕਿ ਮਲੌਦ ਲੁਧਿਆਣੇ ਨੇੜੇ ਪੈ ਜਾਂਦਾ ਹੈ, ਅਮਲੋਹ ਫਤਿਹਗੜ੍ਹ ਸਾਹਿਬ ਮੰਡੀ ਗੋਬਿੰਦਗੜ੍ਹ ਦੇ ਨੇੜੇ ਪੈ ਜਾਂਦਾ ਹੈ, ਜਾਂ ਖੰਨਾ ਦੇ ਨੇੜੇ ਤੁਸੀਂ ਕਹਿ ਸਕਦੇ ਹੋ।
ਤਾਂ ਇੰਨੇ ਡਿਸਟੈਂਸ ਕੀ ਰੇੜੀ ਦੇ ਜ਼ਰੀਏ ਹੀ ਲਿਆਂਦਾ ਗਿਆ ਜਾਂ ਫਿਰ ਕੋਈ ਹੋਰ ਸਾਧਨ ਸੀ ਜਿਸ ਦੇ ਜ਼ਰੀਏ ਪਟਾਕੇ ਲਿਆਂਦੇ ਗਏ? ਤਾਂ ਬਹੁਤ ਸਾਰੇ ਸਵਾਲ ਨੇ ਔਰ ਪੁਲਿਸ ਦੇ ਸਾਹਮਣੇ ਕੁਐਸਚਨਸ ਦੇ ਸਾਹਮਣੇ ਹੋਣਗੇ। ਦੇਖਦੇ ਹਾਂ ਜਾਂਚ ਦੇ ਵਿੱਚ ਪੁਲਿਸ ਕੀ ਕੁਝ ਦੱਸਦੀ ਹੈ। ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ।